आज ਤੁਹਾਡੇ ਵਾਸਤੇ ਸੰਤ ਸਿੰਘ ਜੀ ਮਸਕੀਨ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਹਾਂ। ਇਸ ਵੀਡੀਓ ਦਾ ਟਾਈਟਲ ਹੈ ਸੋਚਣੀ, ਤੇ ਟਾਈਟਲ ਤੋਂ ਹੀ ਲੱਗ ਰਿਹਾ ਹੈ ਕਿ ਵੀਡੀਓ ਬਹੁਤ ਪਿਆਰੀ ਹੋਏਗੀ, ਬਹੁਤ ਹੀ ਅੱਛੀ ਹੋਏਗੀ। ਤੁਸੀਂ ਇਸ ਵੀਡੀਓ ਨੂੰ ਐਂਡ ਤੱਕ ਦੇਖਣਾ। ਬਗੈਰ ਵਕਤ ਜ਼ਾਇਆ ਕੀਤੇ ਤੋਂ ਵੀਡੀਓ ਸਟਾਰਟ ਕਰਨੇ ਆ। ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਸੀਂ ਕਮੈਂਟ ਬਾਕਸ ਦੇ ਅੰਦਰ ਆ ਕੇ ਲਿਖ ਦਿਓ ਵਾਹਿਗੁਰੂ, ਤੇ ਉਸ ਤੋਂ ਬਾਅਦ ਮੈਂ ਕਰਨਾ ਵੀਡੀਓ ਸਟਾਰਟ। ਹੁਣ ਚੱਲਦੇ ਹਾਂ ਜਲਦੀ ਨਾਲ ਵੀਡੀਓ ਦੀ ਤਰਫ। ਗੋਬਿੰਦਵਾਲ ਸਾਹਿਬ ਦੇ ਦਰਸ਼ਨ ਕਰਕੇ ਮੈਂ ਨਿਕਲਿਆ। ਤੇ ਮੇਰੇ ਮੂੰਹ 'ਚ ਇਹ ਪੰਕਤੀ ਸੀ ਭੱਟਾਂ ਦੀ, ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਬਿਬਾਸ ਬਣਾਇਆ। ਇਹ ਤੇ ਗੋਬਿੰਦ ਦੀ ਪੁਰੀ ਦੀ ਤਰ੍ਹਾਂ। ਮੈਨੂੰ ਨਹੀਂ ਪਤਾ ਸੀ ਇਹ ਬੰਦਾ ਵਿਚਾਰਕ ਹੈ, ਤਾਰਕਿਕ ਹੈ, ਜੋ ਮੇਰੇ ਕੋਲ ਇਹ ਪੰਕਤੀ ਸੁਣ ਰਿਹਾ ਸੀ। ਕਹਿੰਦਾ ਤੁਸੀਂ ਵੀ ਇਸੇ ਚੱਕਰ 'ਚ ਪੈ ਗਏ। ਇਹ ਤੇ ਭੱਟ ਨੇ, ਕਵੀ ਸਨ, ਇਹਨਾਂ ਨੇ ਤੇ ਕਹਿਣਾ ਹੀ ਕਹਿਣਾ। ਇਹ ਲਓ ਬਸ, ਇਹ ਕਿਹੜੇ ਚੱਕਰਾਂ 'ਚ ਤੁਸੀਂ ਪੈ ਗਏ? ਬਸ ਵਿਚਾਰ ਹੀ ਵਿਚਾਰ ਚਾਹੀਦੇ ਨੇ, ਇਹ ਬਾਕੀ ਸਭ ਨਿਕੰਮੇ ਚੱਕਰ ਨੇ। ਕੋਈ ਸਾਰਿਆਂ ਨੂੰ ਇੱਥੇ ਲੈ ਕੇ ਆਏ ਇਸ਼ਨਾਨ ਕਰਦੇ ਨੇ। ਗੋਬਿੰਦਵਾਲ ਗੋਬਿੰਦਪੁਰੀ ਸਮ, ਬਹੁਤ ਅਪਸ਼ਬਦ ਆਖੇ ਉਸਨੇ। ਸਤਸੰਗ ਦੇ ਨਾਂ ਤੇ ਹੁੰਦੀ ਹੈ ਕੁਸੰਗਤ। ਇਸ ਤਰ੍ਹਾਂ ਦੀ ਜਦ ਕੁਸੰਗਤ ਕਿਸੇ ਨੂੰ ਮਿਲ ਜਾਏ, ਐਸੇ ਮਨੁੱਖ ਨੂੰ ਜੋ ਥੋੜਾ ਜਿਹਾ ਸਵੈਮ ਤਾਰਕਿਕ ਹੋਵੇ, ਜੋ ਬੁੱਧੀ ਦੀ, ਦਿਮਾਗ ਦੀ ਪ੍ਰਧਾਨਤਾ ਮੰਨਦਾ ਹੋਵੇ, ਜਦ ਕਿ ਦਿਮਾਗ ਦਾ ਇੰਨਾ ਹੀ ਕੰਮ ਹੈ, ਬੁੱਧੀ ਦਾ ਇਤਨਾ ਹੀ ਕੰਮ ਹੈ, ਦਰਵਾਜ਼ੇ ਤੱਕ ਪਹੁੰਚਾਉਣਾ, ਘਰ ਤੱਕ ਨਹੀਂ ਪਹੁੰਚਾ ਸਕਦੀ। ਸਰਹਦ ਅਕਲ ਸੇ ਗੁਜ਼ਰੇ ਤਬ ਪਹੁੰਚੇ। ਅਕਲ ਇੱਕ ਆਖਰੀ ਬਾਰਡਰ ਹੈ, ਸਰਹੱਦ ਹੈ। ਲੰਘ ਗਏ ਪਰਿਵਾਰ ਦੇ ਝਮੇਲਿਆਂ ਤੋਂ, ਲੰਘ ਗਏ ਸੰਸਾਰ ਦੀਆਂ ਔਕੜਾਂ ਤੋਂ, ਲੰਘ ਗਏ ਸਮਾਜ ਦੀਆਂ ਕੁਰੀਤੀਆਂ ਤੋਂ, ਲੰਘ ਗਏ ਨਫੇ ਨੁਕਸਾਨ ਤੋਂ, ਇੱਜ਼ਤ ਬੇਇੱਜ਼ਤੀ ਤੋਂ। ਅਖੀਰ ਦੇ ਹੁਣ ਆਪਣੇ ਵਿਚਾਰਾਂ ਤੋਂ ਲੰਘੀ, ਆਪਣੀ ਸਮਝ ਤੋਂ ਲੰਘੀ ਹੈ। ਆਪਣੀ ਸਮਝ ਨਹੀਂ ਪਹੁੰਚਾਏਗੀ ਪਰਮਾਤਮਾ ਤੱਕ। ਆਪਣੀ ਸਮਝ ਹੁਣ ਇਹ ਆਖਰੀ ਸਰਹੱਦ ਹੈ, ਇਹਨੂੰ ਵੀ ਟੱਪ। ਠੀਕ ਹੈ, ਤੂੰ ਟੱਪ ਗਿਆ ਪਰਿਵਾਰ ਦੇ ਝਮੇਲਿਆਂ 'ਚ, ਉਹਦੇ 'ਚ ਨਹੀਂ ਪੈਂਦਾ ਹੁਣ ਤੋਂ। ਹੁਣ ਕੋਈ ਪਰਿਵਾਰਿਕ ਗੱਲਾਂ ਤੇਰੇ ਪਾਠ ਪੂਜਾ ਦੇ 'ਚ ਫਰਕ ਨਹੀਂ ਪਾਉਂਦੀ। ਹੁਣ ਸੰਸਾਰਿਕ ਔਕੜਾਂ ਤੇਰੇ ਅੰਮ੍ਰਿਤ ਵੇਲੇ ਉੱਠਣ ਦੇ 'ਚ ਕੋਈ ਔਕੜਾਂ ਨਹੀਂ ਪਾਉਂਦੀ। ਹੁਣ ਸੰਸਾਰ ਦੇ ਸਮੇਂ ਝਮੇਲੇ ਤੇਰੇ ਜਪ ਤਪ ਦੇ 'ਚ ਫਰਕ ਨਹੀਂ ਪਾਉਂਦੇ। ਇਹਨਾਂ ਤੋਂ ਤੇ ਤੂੰ ਲੰਘ ਆਇਆ। ਹੁਣ ਆਪਣੀ ਅਕਲ ਤੋਂ ਵੀ ਲੰਘ। ਸੁਧ ਮੈਂ ਨਾ ਸੁਧ ਰਹੀ, ਮਤ ਮੈਂ ਨਾ ਮਤ। ਹੁਣ ਇਸ ਤੋਂ ਵੀ ਲੰਘ। ਕਹਿੰਦੇ ਨੇ ਸ਼ਾਇਦ ਸੰਸਾਰ, ਪਰਿਵਾਰ, ਹੋਰ ਸਾਰੀ ਵਿਵਸਥਾ ਨਾਲ ਵੀ ਮਨੁੱਖ ਨੂੰ ਇਤਨਾ ਮੋਹ ਨਾ ਹੋਵੇ ਜਿਤਨਾ ਆਪਣੀ ਸੋਚਣੀ ਨਾਲ ਹੁੰਦਾ ਹੈ। ਆਪਣੀ ਸੋਚਣੀ ਨਾਲ ਹੁੰਦਾ। ਤੇ ਆਪਣੀ ਸੋਚਣੀ ਨਾਲ ਮੋਹ ਹੈ, ਤੇ ਆਪਣੀ ਸੋਚਣੀ ਤੇ ਫਿਰ ਮਾਣ ਹੈ। ਆਪਣੀ ਸੋਚਣੀ ਤੇ ਫਿਰ ਮਾਣ ਹੈ, ਤੇ ਗੁਰੂ ਦੇ ਸਾਹਮਣੇ ਵੀ ਕਹਿ ਸਕਦਾ ਹੈ ਮੈਂ ਸਹੀ ਹਾਂ, ਮੈਂ ਸਹੀ ਹਾਂ। ਰੁਕ ਗਿਆ। ਗੁਰੂ ਦੇ ਸਾਹਮਣੇ ਤੇ ਕਹਿਣਾ ਹੁੰਦਾ ਹੈ, ਹੇ ਗੁਰੂ, ਅਜੇ ਤੱਕ ਜੇ ਅਧਿਆਤਮਕ ਰਸ ਮੈਨੂੰ ਨਹੀਂ ਪ੍ਰਾਪਤ ਹੋਇਆ, ਤੇ ਹੇ ਗੁਰੂ ਮੈਂ ਗਲਤ ਹਾਂ, ਮੈਂ ਗਲਤ ਹਾਂ, ਮੇਰੀ ਸੋਚਣੀ ਗਲਤ, ਮੈਂ ਠੀਕ ਨਹੀਂ ਹਾਂ। 26 ਸਾਲ ਦੀ ਲੰਬੀ ਚੌੜੀ ਤਪੱਸਿਆ ਤੋਂ ਬਾਅਦ ਵੀ ਬਾਬਾ ਫਰੀਦ ਕਹਿੰਦੇ ਨੇ, ਮੁਝ ਔਗੁਣ ਸਹਿ ਨਾਹੀ ਦੋਸ। ਇਹ ਖੁਦਾ ਤੇਰਾ ਮਿਲਣਾ ਨਹੀਂ ਹੋਇਆ ਤਾਂ ਫਿਰ ਮੈਂ ਹੀ ਗਲਤ ਹਾਂ, ਮੈਂ ਹੀ ਗਲਤ ਹਾਂ, ਮੇਰੇ 'ਚ ਹੀ ਕਮੀ ਹੈ, ਤੂੰ ਠੀਕ ਹੈ, ਮੈਂ ਗਲਤ ਹਾਂ। ਆਪਣੀ ਅਕਲ ਤੇ ਰੁਕ ਗਿਆ, ਔਰ ਇਹ ਰੋਕਦੀ ਹੈ। ਕਈ ਸੰਘਰਸ਼ਸ਼ੀਲ ਮਨੁੱਖ ਹੁੰਦੇ ਨੇ, ਤਕੜੇ ਹੁੰਦੇ ਨੇ, ਸਮਾਜ ਦੀਆਂ ਔਕੜਾਂ ਨਹੀਂ ਰੋਕਦੀਆਂ। ਕਈ ਮਜ਼ਬੂਤ ਹਿਰਦੇ ਵਾਲੇ ਹੁੰਦੇ ਨੇ, ਪਰਿਵਾਰਕ ਔਕੜਾਂ ਨਹੀਂ ਰੋਕਦੀਆਂ, ਆਰਥਿਕ ਔਕੜਾਂ ਨਹੀਂ ਰੋਕਣੀਆਂ। ਪਰ ਆਪਣੀ ਸੋਚਣੀ ਦੇ ਸਾਹਮਣੇ ਤੇ ਹਰ ਬੰਦਾ ਕਮਜ਼ੋਰ ਹੈ। ਮੈਂ ਠੀਕ ਹਾਂ, ਤੂੰ ਠੀਕ ਹੈ, ਤਾਂ ਫਿਰ ਆਤਮ ਰਸ ਕੋ ਕਿਉਂ ਕੋਈ ਨਹੀਂ?
अगर तू ठीक है तो आनंद क्यों नहीं है? तू ठीक है तो परम प्रकाश क्यों नहीं है? तू ठीक है तो फिर समाधि क्यों नहीं है? तू ठीक है तो तेरा हृदय निर्वैर क्यों नहीं है, निर्मल क्यों नहीं है? तू ठीक है तो दैवी गुणा दी दात क्यों नहीं है? तू गलत है। समाज नू गलत कह देना, परिवार नू गलत कह देना, संसार नू गलत कह देना, सारी दुनिया कह रही है। अपने आप नू गलत कह देना कदी कदाई कोई आत्मदर्शी भगत कहता है मैं गलत हूं। मुझ अवगुण सह नाही दोष। मैं संबंधित भाई गुरदास जी का एक कविता थोड़े सामने रखा। भाई साहब भाई गुरदास जी कहते ने रूपहीन कुलहीन गुणहीन ज्ञानहीन शोभाहीन भागहीन तपहीन बावरी। ओंकारेश्वर गुरुद्वारे किधरे मैं सुना रहा सी, द्रोह ब्राह्मण मैनू रोंदे हुए मिले, कहने ये किसदा पता है, सानू लिखा दो। ये गुरदास जी कौन ने? तुसी कह रहे सी। मैं कि गुरु घर दे वेद व्यास ने। कहने लगे वेद व्यास ने, पर कहते की पैने अपने आप को? मैं कहा ठीक नहीं कह रहे, हालांकि उन्होंने भी अखां अशकबार सन। कहने लगे इतना ठीक कह रहे ने, सानू अपनियां गलतियां दिखाई दी, इतना ठीक कह रहे हैं। खैर सुनावा थानू। भाई साहब कहते ने रूपहीन कुलहीन गुणहीन ज्ञानहीन शोभाहीन भागहीन तपहीन बावरी। हे प्रभु इस तरह का स्वप्न तो मेरे को नहीं है। किसी रूप नूं अगे करके मैं तेनों रिझावां। मेरी जात भी उच्ची नहीं है, मैं कुल दा भी उच्चा नहीं। रूपहीन कुलहीन गुणहीन, एक भी गुण कोई नहीं। गुणा तो भी हीना, ज्ञान तो भी हीना। ये किधरे अतकथने ना समझ लेना। हर ओ अभ्यासी, हर ओ जपेश्वर, हर ओ तपेश्वर महसूस करता है जो अज तक रस नहीं बनया तो मैं गलत हाँ। ये ओदी तस्वीर भाई साहब साढ़े सामने रख रहे हैं। बस महापुरखों च ब्रह्म ज्ञानियों च खूबी होंदी है, अपने आप को अगे कर लेंदा है। बिल्कुल। अजे तक समाधि लीन नहीं होया, कोई कथा कीर्तन गुरबाणी गुरुद्वारे गुरु का दोष नहीं, तू दोषी है, तू दोषी। तू अपनी सोचनी तो अगे नहीं जा रही, तेरी सोचनी रोकी जा रही। रूपहीन कुलहीन गुणहीन ज्ञानहीन शोभाहीन भागहीन तपहीन बावरी। हे गुरु मेरे ऐसे भाग भी कोई नहीं, भागा तो भी हीणा, तप तो भी हीणा, कुल तो भी हीणा, गुणा तो भी हीणा, ज्ञान तो भी हीणा। दूसरी पंक्ति, दिष्ट दरसहीन शब्द सुरतहीन बुद्ध बलहीन सूदे हस्त ना पावरी। तैनू वेख सकां अखां भी कोई नहीं, क्या बात। तैनू सुन सकां मेरे कोल कन भी कोई नहीं, क्या बात। मैं अपने बोल तेरे कन्ना तक पहुंचा सकां मेरे कोल जबान भी कोई नहीं, क्या बात। दृष्ट दरसहीन शब्द सुरतहीन बुद्ध बलहीन सूदे हस्त ना पावरे। हाथ भी कोई नहीं, पैर भी कोई नहीं, टुंडा भी हाँ, लंगड़ा भी। चल सका पैर भी कोई नहीं, कुछ सेवा कर सका हाथ भी कोई नहीं, सुन सका मेरे कोल कन भी कोई नहीं, वेख सका मेरे कोल अखां भी कोई नहीं।
कुछ बोल सका मेरे को जबान भी कोई नहीं, कुछ समझ सका असलियत नूं मेरे को बुद्ध बल भी कोई नहीं। दृष्ट दरसहीन शब्द सुरतहीन बुद्ध बलहीन सूदे हस्त ना पावरी प्रीतहीन रीतहीन भाए भय प्रतीतहीन चित्तहीन बित्तहीन कोई नहीं, मर्यादा भी कोई नहीं, रीत भी कोई नहीं, जीवन का ढंग भी कोई नहीं, भावना भी कोई नहीं, श्रद्धा भी कोई नहीं, चित चेते कर सके इस तरह की चेते शक्ति भी कोई नहीं, याद शक्ति भी कोई नहीं, समर्था भी कोई नहीं। कमाल की गल, जो महान ज्ञानी है वो कहता मैं ज्ञान तो ही ना, जो गुणा का सागर है कहता मेरे को कोई गुण नहीं। ऐसा नहीं परिवारक औकड़ा संसारिक औकड़ा आर्थिक औकड़ा तो लंघ के जो आया जब तप करके है उसको बहुत कुछ होणगे अनुभव, कुछ है न गुण, पर रस नहीं है। रस ना होने करके उन्होंने सारे गुण अवगुण दिखाई देते हैं, कुछ नहीं, कुछ नहीं, कुछ नहीं। प्रीतहीन रीतहीन भाए भय प्रतीतहीन चित्तहीन बित्तहीन सहज स्वभावरी अंग अंगहीन धीना धीन प्राचीन लग चरण शरण कैसे प्राप्त होए रावरी। हे प्रभु तेरी चरण शरण किस तरह प्राप्त होवे। सारे अंग ते मेरे भंग ने, एक अंग थोड़ी भंग है, सारे ही भंग ने। अंग अंग भंग धीना धीन प्राचीन लग। कहते ने रजनी लियाई सी पिंगले नूं, पर पिंगला सी ना, हथ ते है सन, अखां ते है सन, ਕੰਨ ਤੇ ਹੈ ਸਨ, ਜ਼ਬਾਨ ਨਾਲ ਬੋਲ ਤੇ ਸਕਦਾ ਸੀ। ਭਾਈ ਸਾਹਿਬ ਕਹਿੰਦੇ ਨੇ ਅੰਗ ਅੰਗਹੀਨ ਧੀਨਾ ਧੀਨ ਪ੍ਰਾਚੀਨ ਲਗ ਚਰਨ ਸਰਨ ਕੈਸੇ ਪ੍ਰਾਪਤ ਹੋਏ ਰਾਵਰੀ। ਇਹ ਪ੍ਰਭੂ ਸਾਰੇ ਹੀ ਅੰਗ ਭੰਗ ਨੇ, ਨਾ ਹੱਥ ਨੇ ਨਾ ਪੈਰ ਨੇ, ਨਾ ਅੱਖਾਂ ਨੇ ਨਾ ਕੰਨ ਨੇ, ਨਾ ਜ਼ਬਾਨ ਹੈ, ਬੁੱਧ ਬਲ ਵੀ ਕੋਈ ਨਹੀਂ, ਰੋ ਰੀਤੀ ਵੀ ਮੈਂ नहीं जानता, कोई गुण नहीं है, कोई कुल भी चंगी नहीं है, कोई समझ भी मेरे को नहीं। ये अवस्था किसदी बनती है? जो देखदा आखिरी बॉर्डर आखिरी हद अकल दी, कहता है ऐ अकल ऐ समझ तू समाज दियां औकड़ां तो मैनू बचाया, तू आर्थिक औकड़ां दे होंदियां ते मैनू डिगण नहीं दिता, तू संसार दे झमेलियां तो मैनू बचाया, पर रब्बी रास्ते कोई नहीं, अध्यात्मिक रास्ते कोई नहीं, समाधि ते कोई नहीं, वो परम प्रकाश ते कोई नहीं, उस परम स्वरूप की झलक ते कोई नहीं। हुण दुनिया के अवतारी पुरुष की कहते ने, जिस अकल नूं नाल लेके इत्थे तक पहुँचे हैं, अगर सारियां नूं छड्ड के आया तो हुण इस अकल नूं भी छोड़, इस समझ नूं भी छोड़, उन्हें सुध बुध करते हर लई मेरी इनू भी छोड़। इसनों एक महान आलम गुजरी सदी का हो गुजरिया, एक महान शायर, मैं अक्सर कहता होना पंजाबी दे संत कवि भाई साहब भाई वीर सिंह जी, बंगाली संस्कृत ते ब्रिज भाषा दे संत कवि राविंद्र नाथ टैगोर, उर्दू फारसी दे फकीर शायर डॉक्टर मोहम्मद इकबाल। गजब की गल, तीनों समकाली ने होए भी कोई टाइम ने, तिन्हां दियां रचनावां अध्यात्मक तल ते खड़ियां ने, बहुत टुंबदियां ने। इकबाल कहता है तेरे सीने में दम है दिल नहीं है। अकल ते है, अकल दा दम खम ते है तेरे को, जज्बे कोई नहीं, भावना कोई नहीं, दिल नहीं है। तेरे सीने में दम है दिल नहीं है,
तेरा दम गर्म ये महफिल नहीं है, निकल जाओ अकल से आगे के ये नूर चिरागे राह है मंजिल नहीं। ਇਹ ਤੇ ਇੱਕ ਰਸਤੇ ਦਾ ਦੀਵਾ ਸੀ ਤੇ ਤੂੰ ਦੀਵੇ ਦੀ ਪਰਿਕਰਮਾ ਕਰਨ ਲੱਗ ਪਿਆ। ਘਰ ਨਹੀਂ ਹੈ, ਰਸਤੇ ਦਾ ਚਾਨਣਾ ਸੀ, ਤੂੰ ਇਹਦੇ ਆਲੇ ਦੁਆਲੇ ਘੁੰਮਣ ਲੱਗ ਪਿਆ। ਬਹੁਤਾ ਤਾਰਕਿਕ ਮਨੁੱਖ ਆਪਣੀ ਤਰਕ ਤੋਂ ਅੱਗੇ ਨਹੀਂ ਜਾਂਦਾ, ਬਹੁਤਾ ਸਮਝਦਾਰ ਮਨੁੱਖ ਆਪਣੀ ਸਮਝ ਤੋਂ ਅੱਗੇ ਨਹੀਂ ਜਾਂਦਾ। ਕੌਣ ਦੱਸੇ ਸਮਝ ਤੈਨੂੰ ਪਰਮਾਤਮਾ ਨਾਲ ਨਹੀਂ ਜੋੜ ਸਕਦੀ। ਫਿਰ ਕੀ ਕਰ, ਹੁਣ ਤੂੰ ਗੁਰੂ ਦੀ ਸਮਝ ਲੈ, ਆਪਣੀ ਸਮਝ ਨੂੰ ਪਰੇ ਸੁੱਟ। ਨਿਕਲ ਜਾ ਅਕਲ ਸੇ ਆਗੇ ਕਿ ਇਹ ਨੂਰ ਚਿਰਾਗੇ ਰਾਹ ਹੈ ਮੰਜ਼ਿਲ ਨਹੀਂ। ਕਬੀਰ ਕਹਿੰਦੇ ਨੇ ਤੂਫਾਨਾਂ ਤੋਂ ਤੇ ਬਚ ਗਈਆਂ ਕੁਛ ਅੰਬੀਆਂ, ਗੜਿਆਂ ਤੋਂ ਵੀ ਬਚ ਗਈਆਂ, ਬਾਰਿਸ਼ ਤੋਂ ਵੀ ਬਚ ਗਈਆਂ, ਕੁਛ ਸੰਗਤ ਤੋਂ ਨਹੀਂ ਬਚੀਆਂ। ਗਾਲਣਾ ਨੇ ਟੁੱਕ ਦਿੱਤਾ ਹੈ, ਤੋਤਿਆਂ ਨੇ ਟੁੱਕ ਦਿੱਤਾ ਹੈ, ਕਵਿਆਂ ਨੇ ਟੁੱਕ ਦਿੱਤਾ ਹੈ। ਇਹ ਟੁੱਕੇ ਹੋਏ ਅੰਬ ਲੱਗੇ ਤੇ ਦਰਖਤ ਨਾਲ ਨੇ, ਚੰਗੇ ਨਹੀਂ ਲੱਗਦੇ, ਟੁੱਕੇ ਹੋਏ ਟੁੱਕੇ। ਕੁਸੰਗਤ ਨੇ ਟੁੱਕ ਦਿੱਤਾ ਹੈ, ਰਸ ਨਾਲ ਭਰਨ ਲੱਗੇ ਸਨ। ਤੂਫਾਨਾਂ ਤੋਂ ਤੇ ਬਚ ਗਏ, ਬਾਰਿਸ਼ ਤੋਂ ਤੇ ਬਚ ਗਏ, ਗੜਿਆਂ ਤੋਂ ਤੇ ਬਚ ਗਏ, ਗਾਲਣਾ ਤੋਂ ਨਹੀਂ ਬਚੇ, ਤੋਤਿਆਂ ਤੋਂ ਨਹੀਂ ਬਚੇ, ਕਵਿਆਂ ਤੋਂ ਨਹੀਂ ਬਚੇ। ਕਬੀਰ ਇੱਕ ਰਹੱਸਵਾਦੀ ਸੰਤ ਹੈ। ਇਸ ਸ਼ਲੋਕ ਦੇ ਵਿੱਚ ਇਹ ਸਾਰੀ ਵਿਆਖਿਆ ਸਾਡੇ ਸਾਹਮਣੇ ਰੱਖਦਾ। ਕਬੀਰ ਫਲ ਲਾਗੇ ਫਲਨ, ਭਾਵੇਂ ਰਸਤੇ ਆ ਗਿਆ ਪਰ ਟੁਕਿਆ ਹੋਇਆ, ਦਰਖਤਾਂ ਲੱਗਿਆ ਹੋਇਆ ਚੰਗਾ ਨਹੀਂ ਲੱਗਦਾ। ਬਾਜ਼ਾਰ ਵਿੱਚ ਇਸ ਦੀ ਕੀਮਤ ਨਹੀਂ ਹੈ। ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਮ, ਜਾਏ ਪਹੁੰਚੇ ਖਸਮ ਕੇ ਜੋ बीच ना ਖਾਈ ਕਾਂ। ਮਾਲਕ ਦੀ ਝੋਲੀ ਤੇ ਅੰਬ ਤਾਂ ਪਏਗਾ ਕਿਧਰੇ ਕਵਿਆਂ ਤੋਂ ਵੀ ਬਚ ਜਾਂਦਾ, ਗਾਲਣਾ ਤੋਂ ਵੀ ਬਚ ਜਾਂਦਾ, ਤੋਤਿਆਂ ਤੋਂ ਵੀ ਬਚ ਜਾਂਦਾ। ਟੁੱਕੇ ਹੋਏ ਮਾਲਕ ਝੋਲੀ 'ਚ ਨਹੀਂ ਪਾਉਂਦਾ। ਭਗਤ ਕਬੀਰ ਐਸਾ ਕਹਿੰਦਾ, ਤੈਨੂੰ ਜਿਸ ਤਰ੍ਹਾਂ ਜਗਤ ਦੇ 'ਚ ਭੇਜਿਆ ਸੀ ਇਸ ਤਰ੍ਹਾਂ ਵਾਪਸ ਆ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਅੱਜ ਦਾ ਇਹ ਪਾਵਨ ਪਵਿੱਤਰ ਵਾਕ, ਇਹਦੇ 'ਚ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਪ੍ਰਭੂ ਸਿਮਰਨ ਦੀ ਗੱਲ ਕਰ ਰਹੇ ਨੇ। ਉਸਦੇ ਸਾਰੇ ਸਾਧਨ ਨੇ, ਕਥਾ, ਕੀਰਤਨ, ਸੇਵਾ, ਇਹ ਸਭ ਸਾਧਨ ਨੇ। ਸਿਮਰਨ ਫਲ ਹੈ। ਤੁਸੀਂ ਆਖੋਗੇ ਸਿਮਰਨ ਫਲ ਹੈ? ਹਾਂ, ਸਿਮਰਨ ਜੋੜ ਦਿੰਦਾ, ਯਾਦ ਤੇ ਜੋੜ ਦਿੰਦੀ ਹੈ। ਤੁਧ ਚਿਤ ਆਏ ਮਹਾ ਆਨੰਦਾ, ਚਿਤ ਚੇਤੇ 'ਚ ਆ ਗਿਆ, ਮਹਾ ਆਨੰਦ ਬਣ ਗਿਆ। ਸਿਮਰਨ ਤੇ ਮਹਾ ਆਨੰਦ ਹੈ। ਸਿਮਰਨ ਕਰ ਰਹੇ ਹਾਂ, ਸਿਮਰਨ ਕਰ ਰਹੇ ਹਾਂ। ਜੋ ਦੁਖੀ ਨੇ ਕਲਪ ਰਹੇ ਨੇ, ਪ੍ਰਭੂ ਸਿਮਰਨ ਦਰਬਾਰ ਹੈ। ਬੈਠੇ ਤੇ ਸਾਰੇ ਕਲਪਦੇ ਬੇਚੈਨ। ਸਿਮਰਨ ਤੇ ਫਲ ਹੈ। ਤੂੰ ਚਿਤ ਆਵੇਂ ਤੇਰੀ ਮਾਇਆ, हे ਪ੍ਰਭੂ ਇਹ ਤੇ ਤੇਰੀ ਬਖਸ਼ਿਸ਼ ਹੈ ਜੇ ਤੂੰ ਚੇਤੇ ਆ ਜਾਏ, ਤੂੰ ਯਾਦ ਆ ਜਾਏ, ਕਿਉਂਕਿ ਤੇਰੀ ਯਾਦ ਹੀ ਤੇ ਮਹਾ ਆਨੰਦ ਹੈ, ਤੇਰੀ ਯਾਦ ਹੀ ਤੇ ਮਹਾ ਰਸ ਹੈ, ਤੇਰੀ ਯਾਦ ਹੀ ਤੇ ਪ੍ਰਾਪਤੀ। ਇਸ ਨੂੰ ਮੈਂ ਇੰਝ ਬਿਆਨ ਕਰਦਾ ਹੁੰਦਾ, ਸੰਬੰਧ ਸਾਰੇ ਯਾਦਾਂ ਦੇ ਨੇ। ਕੋਈ ਭੈਣ ਭਰਾ ਦੇ ਸੰਬੰਧ ਨਹੀਂ ਆਉਂਦੇ, ਕੋਈ ਮਿੱਤਰ ਪੁੱਤਰਾਂ ਦੇ ਸੰਬੰਧ ਨਹੀਂ ਆਉਂਦੇ। ਜੋ ਯਾਦ ਆਉਂਦਾ ਹੈ ਉਹ ਸੰਬੰਧੀ ਹੈ। ਜਿਹੜਾ ਬਿਲਕੁਲ ਭੁੱਲ ਗਿਆ, ਕਾਹਦਾ ਸੰਬੰਧੀ ਹੈ? ਭੁੱਲ ਗਿਆ ਭਰਾ, ਭੁੱਲ ਗਿਆ ਮਿੱਤਰ, ਭੁੱਲ ਗਿਆ ਚਾਚਾ ਤਾਇਆ, ਕਦੀ ਯਾਦ ਹੀ ਨਹੀਂ ਆਉਂਦਾ, ਸੰਬੰਧੀ ਹੈ ਸਾਡਾ, ਖਾਕ ਸੰਬੰਧੀ ਹੈ। ਕਦੀ ਯਾਦ ਕੀਤਾ? ਯਾਦ ਤੇ ਆਉਂਦਾ ਹੀ ਨਹੀਂ। ਸੰਬੰਧ ਸਾਰੇ ਯਾਦਾਂ ਦੇ ਆਉਂਦੇ। ਠੀਕ ਹੈ, ਤੂੰ ਦਾਨੀ ਹੋਵੇਂਗਾ, ਗਿਆਨੀ ਹੋਵੇਂਗਾ, ਰੋਜ਼ ਦਾ ਸਤਸੰਗੀ ਹੋਵੇਂਗਾ, ਸੇਵਾ ਕਰਦਾ ਹੋਵੇਂਗਾ, ਨਹੀਂ ਮੰਨਦੇ ਤੂੰ ਸਿਮਰਨ ਕਰਦਾ ਹੋਵੇਂਗਾ। ਸਿਮਰਨ ਤੇ ਫਲ ਹੈ, ਯਾਦ ਤੇ ਉਸ ਦੀ ਫਲ ਹੈ। ਸਭ ਕੁਝ ਇਸ ਵਾਸਤੇ ਕਰਨਾ ਹੈ,
ਹਿਰਦਾ ਸਿਮਰਨ ਤੱਕ ਪਹੁੰਚ ਜਾਏ, ਉਹਨੂੰ ਯਾਦ ਕਰਨ ਲੱਗ ਪਏ। ਜੈਸੇ ਯਾਦ ਕਰਦਾ ਤੁਧ ਚਿਤ ਆਏ, ਮਹਾ ਆਨੰਦਾ ਜਿਸ ਵਿਸਰੇ ਸੋ ਮਰ ਜਾਏ। ਉਹਦੀ ਯਾਦ ਮਹਾ ਆਨੰਦ ਹੈ, ਉਹਨੂੰ ਭੁੱਲ ਜਾਣ ਨਾਲ ਮਰ ਜਾਂਦਾ ਹੈ ਕਿ ਮਨੁੱਖ ਦੇ ਗੁਣ ਮਰ ਜਾਂਦੇ ਨੇ, ਮਨੁੱਖ ਦੀਆਂ ਖੁਸ਼ੀਆਂ ਮਰ ਜਾਂਦੀਆਂ ਨੇ, ਮਨੁੱਖ ਦਾ ਖੇੜਾ ਮਰ ਜਾਂਦਾ ਹੈ, ਮਨੁੱਖ ਦੀ ਸੂਝ ਸਮਝ ਵੀ ਮਰ ਜਾਂਦੀ ਹੈ। ਉਹਨੂੰ ਭੁੱਲਦਿਆਂ ਹੀ ਜਿਹੜੇ ਆਸਰੇ ਬਣੇ ਹੁੰਦੇ ਨੇ ਸਭ ਦੇ ਆਸਰੇ ਹੋ ਜਾਂਦੇ ਨੇ। ਹਰ ਬਿਸਰਤ ਤੇਰੇ ਗੁਣ ਗਲਿਆ, ਸਾਰੇ ਗੁਣ ਗਲ ਜਾਣਗੇ, ਕੁਛ ਵੀ ਗੁਣ ਨਹੀਂ ਹੋਵੇਗਾ, ਸਾਰੇ ਗੁਣਾਂ ਤੇ ਖਾਕ ਪੈ ਜਾਏਗੀ ਅਗਰ ਉਹ ਭੁੱਲ ਗਏ। अगर वो याद आ तो फिर सब कुछ प्राप्त हो गया, सब कुछ प्राप्त। ਬਹੁਤ ਹੀ ਪਿਆਰੀ ਕਥਾ ਸੀ। ਇਸ ਕਥਾ ਦਾ ਜਿਹੜਾ ਟਾਈਟਲ ਸੀ ਸੋਚਣੀ ਸੀ, ਤੇ ਸੰਤ ਸਿੰਘ ਜੀ ਮਸਕੀਨ ਨੇ ਸ਼ੁਰੂ ਤੋਂ ਲੈ ਕੇ ਐਂਡ ਤੱਕ ਸੋਚਣੀ ਤੇ ਹੀ ਗੱਲ ਕੀਤੀ। ਔਰ ਕਿਆ ਕਮਾਲ ਗੱਲ ਕੀਤੀ। ਮੈਂ ਜਦੋਂ ਟਾਈਟਲ ਦੇਖਿਆ ਨਾ ਸੋਚਣੀ, ਤੇ ਮੈਂ ਕਿਹਾ ਇੱਕ ਛੋਟਾ ਜਿਹਾ ਨਾਮ ਇਹਦੇ ਤੇ ਕਿੰਨੀ ਕੁ ਗੱਲ ਹੋ ਸਕੇਗੀ। ਲੇਕਿਨ ਸੰਤ ਸਿੰਘ ਜੀ ਮਸਕੀਨ ਨੇ ਮਤਲਬ ਹੈ ਕਿ ਗੱਲ ਕਰਨ ਦੀ ਜਿਹੜੀ ਹੈ ਉਹ ਇੰਤਹਾ ਕਰ ਦਿੱਤੀ, ਔਰ ਬੜੇ ਅੱਛੇ ਅੰਦਾਜ਼ ਨਾਲ ਉਹਨਾਂ ਨੇ ਇਸ ਟਾਪਿਕ ਨੂੰ ਸਮਝਾਇਆ। ਸੰਤ ਸਿੰਘ ਜੀ ਮਸਕੀਨ ਇਹ ਦੱਸ ਰਹੇ ਸਨ ਕਿ ਸੋਚਣੀ ਮਤਲਬ ਕਿ ਕੁਝ ਜਿਹੜੇ ਮਨੁੱਖ ਵਿਅਕਤੀ ਹੁੰਦੇ ਨੇ ਆਪਣੀ ਸੋਚਣੀ ਨੂੰ ਵੱਡਾ ਸਮਝਦੇ ਨੇ। ਕੁਝ ਮਨੁੱਖ ਹੁੰਦੇ ਨੇ ਉਹ ਆਪਣੀ ਸੋਚਣੀ ਨੂੰ ਇੰਨਾ ਵੱਡਾ ਸਮਝਦੇ ਨੇ ਕਿ ਉਹ ਗੁਰੂ ਦੇ ਸਾਹਮਣੇ ਵੀ ਕਹਿ ਦੇਣਗੇ ਕਿ ਮੈਂ ਠੀਕ ਹਾਂ, ਗੁਰੂ ਨੂੰ ਗਲਤ ਕਹਿ ਦੇਣਗੇ ਤੇ ਆਪਣੇ ਆਪ ਨੂੰ ਠੀਕ ਕਹਿ ਦੇਣਗੇ। ਨਾਊਜ਼ ਬਿੱਲਾ, ਬਹੁਤ ਹੀ ਬੜੀ ਜੁਰਤ ਹੈ। ਕੁਝ ਮਨੁੱਖ ਜਿਹੜੇ ਨੇ ਉਹ ਦੁਨੀਆ ਦੀਆਂ ਜਿਹੜੀਆਂ ਨੇ ਮਤਲਬ ਦੁਨੀਆ ਦੇ ਜਿਹੜੇ ਤਾਲੁਕਾਤ ਨੇ, ਦੁਨੀਆ ਦੀਆਂ ਜਿਹੜੀਆਂ ਰੁਕਾਵਟਾਂ ਨੇ, ਮਾਂ ਪਿਓ ਦੀ ਔਲਾਦ ਦੀ ਜਿਹੜੀ ਵੀ ਇਹ ਰੁਕਾਵਟ ਹੈ ਇਹਨੂੰ ਪਿੱਛੇ ਛੱਡ ਕੇ ਜਿਹੜਾ ਨਾ ਉਹ ਮਤਲਬ ਅੱਗੇ ਨਿਕਲ ਆਉਣਗੇ। ਮਤਲਬ ਅਗਰ ਉਹ ਅੰਮ੍ਰਿਤ ਵੇਲੇ ਉੱਠ ਰਹੇ ਨੇ ਤੇ ਉਹਨਾਂ ਨੂੰ ਕੋਈ ਚੀਜ਼ ਰੁਕਾਵਟ ਨਹੀਂ ਦੇ ਰਹੀ ਦੁਨੀਆ ਦੀ, ਨਾ ਕੋਈ ਕੰਮ ਕਾਜ, ਨਾ ਕੋਈ ਦੂਸਰੀ ਚੀਜ਼, ਯਾਨੀ ਇਹਨਾਂ ਚੀਜ਼ਾਂ ਨੂੰ ਉਹਨੇ ਪਿੱਛੇ ਛੱਡ ਕੇ ਤੇ ਖੁਦ ਨੂੰ ਜਿਹੜਾ ਹੈ ਉਹ ਪਰਮਾਤਮਾ ਨਾਲ ਜੋੜਨ ਵਾਸਤੇ ਅੱਗੇ ਲੈ ਆਇਆ ਹੈ। ਤੇ ਅੱਗੇ ਆ ਕੇ ਸੋਚਣੀ ਦੀ ਗੱਲ ਆ ਗਈ। ਸੋਚਣੀ ਦਾ ਕਮਾਲ ਹੈ, ਮਤਲਬ ਨਾਮ ਤੇ ਜਪ ਰਿਹਾ ਔਰ ਅੰਮ੍ਰਿਤ ਵੇਲੇ ਉੱਠ ਤੇ ਰਿਹਾ, ਅਰਦਾਸ ਤੇ ਕਰ ਰਿਹਾ, ਲੇਕਿਨ ਪਰਮਾਤਮਾ ਮਿਲਿਆ ਜਾਂ ਨਹੀਂ ਮਿਲਿਆ ਇਹ ਇਸ ਗੱਲ ਦੀ ਸ਼ਰਤ ਨਹੀਂ ਹੈਗੀ। ਇਹ ਜਿਹੜਾ ਸੋਚਣੀ ਹੈ ਇਹ ਬਾਰਡਰ ਹੈ, ਯਾਨੀ ਆਖਰੀ ਲਾਈਨ ਹੈ। ਇੱਥੇ ਆ ਕੇ ਵੀ ਕੁਝ ਮਨੁੱਖ ਨੇ ਜਿਹੜੇ ਆਪਣੀ ਸੋਚਣੀ ਨੂੰ ਵੱਡਾ ਸਮਝਦੇ ਨੇ, ਜਿਹੜਾ ਆਪਣੀ ਅਕਲ ਨੂੰ ਵੱਡਾ ਸਮਝ ਲੈਂਦੇ ਨੇ। ਹਾਲਾਂਕਿ ਹੋਣਾ ਇਹ ਚਾਹੀਦਾ ਹੈ ਕਿ ਆਪਣੀ ਅਕਲ ਨੂੰ ਛੋਟਾ ਸਮਝਣਾ ਹੈ ਤੇ ਔਰ ਪਰਮਾਤਮਾ ਤੇ ਗੁਰੂ ਦੀ ਗੱਲ ਨੂੰ ਜਿਹੜਾ ਉਹ ਵੱਡਾ ਸਮਝਣਾ ਹੈ। ਜ਼ਿੰਦਗੀ ਦੇ ਅੰਦਰ ਜਿਹੜੀ ਵੀ ਰਹਿਨਮਾਈ ਲੈਣੀ ਹੈ, ਜਿਹੜੀ ਗਾਈਡਲਾਈਨ ਲੈਣੀ ਹੈ, ਉਹ ਪਰਮਾਤਮਾ ਕੋਲ ਲੈਣੀ ਹੈ ਤੇ ਗੁਰੂ ਕੋਲ ਲੈਣੀ ਹੈ। ਉਹਨਾਂ ਤੋਂ ਅੱਗੇ ਨਹੀਂ ਵਧਣਾ, ਉਹਨਾਂ ਤੋਂ ਅੱਗੇ ਨਹੀਂ ਨਿਕਲਣਾ। ਅਗਰ ਅੱਗੇ ਨਿਕਲੋਗੇ ਤਾਂ ਤੁਸੀਂ ਗੁੰਮਰਾਹ ਹੋ ਜਾਓਗੇ, ਤੁਸੀਂ ਰਾਸਤੇ ਤੋਂ ਹਟ ਜਾਓਗੇ, ਤੁਹਾਨੂੰ ਪਰਮਾਤਮਾ ਪ੍ਰਭੂ ਜਿਹੜਾ ਉਹ ਨਹੀਂ ਮਿਲੇਗਾ। ਤੁਹਾਨੂੰ ਜਿਹੜਾ ਇਹ ਇੱਥੇ ਆਪਣੀ ਅਕਲ ਨੂੰ ਛੋਟਾ ਕਰਨਾ ਹੈ, ਦੁਨੀਆ ਦੇ ਕੰਮਾਂ ਦੇ ਅੰਦਰ ਤੇ ਅਕਲ ਨੂੰ ਜਿਹੜਾ ਉਹ ਇਸਤੇਮਾਲ ਕਰਨਾ ਹੈ, ਸੋਚਣੀ ਨੂੰ ਇਸਤੇਮਾਲ ਕਰਨਾ ਹੈ। ਜਿਹੜਾ ਉਹ ਸੋਚਣੀ ਜਿਹੜੀ ਹੈ ਉਹ ਕੰਮ ਆਉਂਦੀ ਹੈ। ਅਕਲਮੰਦ ਜਿਹੜਾ ਜ਼ਿਆਦਾ ਸੋਚਣ ਵਾਲਾ, ਜ਼ਿਆਦਾ ਦਿਮਾਗ ਰੱਖਣ ਵਾਲਾ ਉਹ ਦੁਨੀਆ ਦੇ ਕੰਮਾਂ 'ਚ ਅੱਗੇ ਨਿਕਲ ਸਕਦਾ ਹੈ। ਲੇਕਿਨ ਧਰਮ ਦੇ ਅੰਦਰ ਇਹ ਜ਼ਰੂਰੀ ਸ਼ਰਤ ਨਹੀਂ ਕਿ ਜਿਹਦਾ ਦਿਮਾਗ ਜ਼ਿਆਦਾ ਹੈ, ਬਹੁਤ ਇੰਟੈਲੀਜੈਂਟ ਹੈ, ਉਹ ਜਿਹੜਾ ਉਹ ਅੱਗੇ ਨਿਕਲ ਜਾਏਗਾ। ਕਿਉਂਕਿ ਬਹੁਤ ਸਾਰੇ ਲੋਕ ਦੇਖੇ ਨੇ ਵੱਡੇ ਵੱਡੇ ਜਿਹੜੇ ਇੰਨੇ ਦਿਮਾਗ ਵਾਲੇ ਲੋਕ, ਬੜੇ ਬੜੇ ਸਾਇੰਸਦਾਨ ਨੇ, ਲੇਕਿਨ ਇੰਨਾ ਵੱਡਾ ਜ਼ੇਨ ਹੋਣ ਦੇ ਬਾਵਜੂਦ ਕਿਉਂਕਿ ਉਹ ਆਪਣੀ ਸੋਚਣੀ ਨੂੰ, ਆਪਣੀ ਅਕਲ ਨੂੰ ਇਸਤੇਮਾਲ ਕਰਦੇ ਨੇ, ਜਿਸ ਦੀ ਵਜ੍ਹਾ ਨਾਲ ਉਹ ਨਾਸਤਿਕ ਬਣ ਗਏ ਔਰ ਉਹਨਾਂ ਨੇ ਪਰਮਾਤਮਾ ਪ੍ਰਭੂ ਦਾ ਇਨਕਾਰ ਕਰ ਦਿੱਤਾ। ਹਾਲਾਂਕਿ ਅਕਲ ਜਿਹੜੀ ਹੈ ਉਹ ਦੀਨ ਦੇ ਅੰਦਰ, ਧਰਮ ਦੇ ਅੰਦਰ ਇਸਤੇਮਾਲ ਜਿਹੜੀ ਹੈ ਉਹ ਨਹੀਂ ਹੋਣੀ। ਕਿਉਂ? ਜਿੱਥੇ ਪਰਮਾਤਮਾ ਦੀ ਗੱਲ ਆ ਜੇ, ਗੁਰੂ ਦੀ ਗੱਲ ਆ ਜੇ, ਆਪਣੀ ਅਕਲ ਨੂੰ ਪਿੱਛੇ ਛੱਡ ਦੇਣਾ ਤੇ ਪਰਮਾਤਮਾ ਤੇ ਪ੍ਰਭੂ ਦੀ ਗੱਲ ਤੇ ਯਕੀਨ ਕਰਨਾ ਔਰ ਉਹਨਾਂ ਦੀ ਗੱਲ ਤੇ ਅਮਲ ਕਰਨਾ ਹੈ ਔਰ ਉਹਨਾਂ ਦੇ ਮੁਤਾਬਕ ਹੀ ਜ਼ਿੰਦਗੀ ਗੁਜ਼ਾਰਨੀ ਹੈ। ਜਿਸ ਤਰ੍ਹਾਂ ਉਹਨਾਂ ਨੇ ਰੂਲਸ ਐਂਡ ਰੈਗੂਲੇਸ਼ਨ ਬਣਾਏ ਹੋਏ ਨੇ, ਜੋ ਉਹਨਾਂ ਨੇ ਤਰੀਕਾ ਦੱਸਿਆ ਹੋਇਆ ਨਾਮ ਜਪਣ ਦਾ, ਉਸੇ ਤਰੀਕੇ ਨਾਲ ਹੀ ਨਾਮ ਜਪਣਾ ਹੈ। ਪ੍ਰਭੂ ਦੀ
ਬੰਦਗੀ ਕਰਨੀ ਹੈ, ਇਬਾਦਤ ਕਰਨੀ ਹੈ, ਅਗਰ ਤੁਸੀਂ ਉਸ ਤਰੀਕੇ ਤੋਂ ਹਟ ਕੇ ਕਰੋਗੇ, ਆਪਣੀ ਅਕਲ ਇਸਤੇਮਾਲ ਕਰੋਗੇ, ਆਪਣੇ ਆਪ ਨੂੰ ਵੱਡਾ ਕਹੋਗੇ, ਆਪਣੇ ਤਰੀਕੇ ਇਸਤੇਮਾਲ ਕਰੋਗੇ ਬੰਦਗੀ ਕਰਨ ਦੇ, ਤੇ ਉਹ ਪਰਮਾਤਮਾ ਦੇ ਬੰਦਗੀ ਕਬੂਲ ਨਹੀਂ ਹੋਏਗੀ, ਜਿਸ ਦੀ ਵਜ੍ਹਾ ਨਾਲ ਤੁਹਾਡਾ ਤਾਲੁਕ ਜਿਹੜਾ ਹੈ ਉਹ ਪਰਮਾਤਮਾ ਨਾਲ, ਪ੍ਰਭੂ ਨਾਲ ਮਜ਼ਬੂਤ ਨਹੀਂ ਹੋ ਸਕੇਗਾ। ਇਸ ਵਾਸਤੇ ਆਪਣੀ ਅਕਲ ਨੂੰ ਪਿੱਛੇ ਰੱਖਣਾ ਹੈ ਔਰ ਪਰਮਾਤਮਾ ਦੀ ਤੇ ਗੁਰੂ ਦੀ ਗੱਲ ਨੂੰ ਅੱਗੇ ਰੱਖਣਾ ਹੈ। ਬਹੁਤ ਹੀ ਅੱਛੀ ਵੀਡੀਓ ਸੀ। ਅਗਰ ਤੁਹਾਨੂੰ ਵੀ ਵੀਡੀਓ ਅੱਛੀ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ, ਚੈਨਲ ਨੂੰ ਸਬਸਕ੍ਰਾਈਬ ਕਰ ਦਿਓ। ਮਿਲਦੇ ਹਾਂ ਇੱਕ ਨਵੀਂ ਵੀਡੀਓ ਦੇ ਨਾਲ।